It's your body, holy baba. बॉडी फिटनेस ਦੇ ਵਿੱਚ ਮੈਂ ਮਿਸ ਇੰਡੀਆ ਚੈਂਪੀਅਨਸ ਦੇ ਵਿੱਚ 3 ਵਾਰੀ ਫਰਸਟ ਪੋਜੀਸ਼ਨ ਲਿੱਤੀ ਇੰਡੀਆ ਲੈਵਲ ਦੇ ਵਿੱਚ, ਜੋ ਕਿ ਮੇਰੇ ਲਈ ਬਹੁਤ ਵੱਡੀ ਪ੍ਰਾਪਤੀ ਸੀ। और उनके जो फ्रीडम जो मैंने उनको दिया है, प्रोवाइड किया, हालांकि मैंने उतना भी ज़्यादा फ्रीडम नहीं दिया है कि आप हर चीज़ के लिए आप। ਮੇਰੀ ਮੈਰਿਜ ਨੂੰ 9 ਸਾਲ ਹੋ ਗਏ ਤੇ 9 ਸਾਲ ਦੇ ਵਿੱਚ ਮੈਂ ਆਪਣੇ ਪੇਕੇ ਘਰ ਮੁੜ ਕੇ ਨਹੀਂ ਦੇਖਿਆ। ਕਹਿੰਦੇ ਕਿ ਸਪੋਰਟਸ ਦੇ ਵਿੱਚ ਜਿਸ ਤਰ੍ਹਾਂ ਜਿਮਨਾਸਟਿਕ ਹੈ, ਯੋਗਾ ਵੀ ਤੁਸੀਂ ਕਰਦੇ ਜੇ, ਲੋਕਾਂ ਨੂੰ ਕਰਵਾਉਂਦੇ ਵੀ ਜੇ, ਤੇ ਕੀ ਇਹਦੇ ਵਾਸਤੇ ਕੋਈ ਉਮਰ ਹੈ? ਬੋਲੀ ਹੋਲੀ ਬਾਬਾ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਜੀ। ਅੱਜ ਫਿਰ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਗੁਰੂ ਦੀ ਨਗਰੀ ਅੰਮ੍ਰਿਤਸਰ ਦੇ ਵਿੱਚ, ਔਰ ਅੱਜ ਤੁਹਾਨੂੰ ਉਸ ਸ਼ਖਸੀਅਤ ਨਾਲ ਮਨਾਉਣ ਜਾ ਰਹੇ ਹਾਂ ਕਿ ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਬਹੁਤ ਬੁਲੰਦੀਆਂ ਨੂੰ ਛੂਹਿਆ ਹੈ ਔਰ ਸਪੋਰਟਸ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਮੱਲਾਂ ਮਾਰੀਆਂ ਨੇ। ਉਹਨਾਂ ਦਾ ਨਾਮ ਹੈ ਜੀ ਰਾਜਵਿੰਦਰ ਕੁਮਾਰੀ, ਤੇ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਕਹਿਣਾ ਵਾ ਉਸ ਬਾਰੇ। ਹਾਂਜੀ ਮੈਮ, ਨਮਸਕਾਰ ਜੀ। ਨਮਸਕਾਰ ਜੀ। ਮੈਮ, ਸਭ ਤੋਂ ਪਹਿਲੇ ਤਾਂ ਤੁਸੀਂ ਆਪਣੇ ਬਾਰੇ ਦੱਸੋ, ਕਿਸ ਤਰ੍ਹਾਂ ਸਕੂਲਿੰਗ ਹੋਈ, ਕਿਸ ਤਰ੍ਹਾਂ ਸਟਾਰਟਿੰਗ ਤੁਹਾਡੀ ਜਿਹੜੀ ਜਿਮਨਾਸਟਿਕ ਦੀ ਹੈ ਕਿਸ ਤਰ੍ਹਾਂ ਹੋਈ ਸੀ? ਸਟਾਰਟਿੰਗ ਇਹੀ 6th ਕਲਾਸ ਦੇ ਵਿੱਚ ਸਟਾਰਟ ਕੀਤੀ ਸੀ ਜਿਮਨਾਸਟਿਕ ਸਕੂਲ ਦੇ ਵਿੱਚ, ਤੇ ਵੈਸੇ ਬੇਸਿਕਲੀ ਵਿਲੇਜ ਤੋਂ ਸੀ ਗੁਰਦਾਸਪੁਰ, ਤੇ ਉੱਥੋਂ ਸ਼ਿਫਟ ਹੋ ਕੇ ਸਿਟੀ ਦੇ ਵਿੱਚ ਆਏ ਅੰਮ੍ਰਿਤਸਰ ਸਿਟੀ ਦੇ ਵਿੱਚ ਆਣ ਕੇ ਤੇ ਜਿਮਨਾਸਟਿਕ ਸਟਾਰਟ ਕਰਤੀ। ਤੇ ਜਿਮਨਾਸਟਿਕ ਇੰਨੀ ਕਿ ਅੱਛੀ ਗੇਮ ਹੈ ਕਿ ਇਹਦਾ ਮੈਨੂੰ ਇੰਨਾ ਕਿ ਜ਼ਿਆਦਾ ਬੈਨੀਫਿਟ ਮਿਲਿਆ ਕਿ ਹਾਲੇ ਤੱਕ ਬੈਨੀਫਿਟ ਮਿਲ ਰਿਹਾ, ਬਿਕੋਜ਼ ਮੇਰੇ ਬੇਟੇ ਨੂੰ ਵੀ ਬੈਨੀਫਿਟ ਮਿਲਿਆ ਸਕੂਲ ਦੇ ਵਿੱਚ, ਉਹ ਵੀ ਹਮੇਸ਼ਾ ਪੋਜੀਸ਼ਨਸ ਲੈ ਕੇ ਆ ਰਿਹਾ ਔਰ ਮੈਂ ਖੁਦ ਪੋਜੀਸ਼ਨਸ ਹਰ ਟਾਈਮ ਲੈਂਦੀ ਰਹੀ ਹਾਂ। ਜਿਮਨਾਸਟਿਕ ਦੇ ਵਿੱਚ ਮੈਂ ਆਲ ਇੰਡੀਆ ਚੈਂਪੀਅਨਸ਼ਿਪਸ ਜਿਹੜੀਆਂ ਨੇ 6 ਵਾਰੀ ਪਾਰਟੀਸਪੇਟ ਕੀਤਾ, ਉਸ ਦੇ ਵਿੱਚ ਮੈਂ ਫਸਟ ਪੋਜੀਸ਼ਨਸ ਲੈ ਕੇ ਅੱਗੇ ਗਈ ਹਾਂ। ਕਾਲਜ ਦੀ ਸਟੱਡੀ ਕੰਪਲੀਟ ਕੀਤੀ ਆ। ਇੰਨਾ ਵੱਡਾ ਕਾਲਜ ਸੀ BBK DAV ਕਾਲਜ ਅੰਮ੍ਰਿਤਸਰ, ਕਿ ਜਿੱਥੇ ਮੈਂ ਸਟੱਡੀ ਨਹੀਂ ਕਰ ਸਕਦੀ ਸੀ, ਲੇਕਿਨ ਜਿਮਨਾਸਟਿਕ ਦੇ ਨਾਲ ਕਿ ਮੇਰੀ ਉੱਥੇ ਸਟੱਡੀ ਵੀ ਫ੍ਰੀ ਹੋਈ ਆ। ਠੀਕ ਆ। ਬੋਡੀ ਫਿਟਨੈਸ ਦੇ ਵਿੱਚ ਮੈਂ ਮਿਸ ਇੰਡੀਆ ਚੈਂਪੀਅਨਸ ਦੇ ਵਿੱਚ 3 ਵਾਰੀ ਫਸਟ ਪੋਜੀਸ਼ਨ ਲਿੱਤੀ ਇੰਡੀਆ ਲੈਵਲ ਦੇ ਵਿੱਚ, ਜੋ ਕਿ ਮੇਰੇ ਲਈ ਬਹੁਤ ਵੱਡੀ ਪ੍ਰਾਪਤੀ ਸੀ। ਅਗਰ ਗੱਲ ਕਰਦੇ ਹਾਂ, ਕਹਿੰਦੇ ਕਿ ਅਗਰ ਸ਼ੌਂਕ ਜਿਹੜਾ ਹੁੰਦਾ ਹੈ ਜਾਂ ਸ਼ੌਂਕ ਜ਼ਾਹਰ ਹੁੰਦਾ ਵਾ, ਤਾਂ ਉਹ ਅਗਰ ਕੋਈ ਘਰ ਦੇ ਵਿੱਚੋਂ ਜਾਂ ਪਰਿਵਾਰ ਦੇ ਵਿੱਚੋਂ ਉਸ ਚੀਜ਼ ਦੇ ਵਿੱਚ ਅੱਗੇ ਨਿਕਲਦਾ ਤਾਂ ਸ਼ੌਂਕ ਜਿਹੜਾ ਹੈਗਾ ਹੋਰ ਵੱਧ ਜਾਂਦਾ। ਕੋਈ ਇਸ ਤਰ੍ਹਾਂ ਦੀ ਗੱਲ ਵੀ ਕਿ ਪਰਿਵਾਰ ਦੇ ਵਿੱਚ ਵੀ ਪਹਿਲੇ ਤੁਹਾਡਾ ਕੋਈ ਇਸ ਤਰ੍ਹਾਂ ਦੇ ਸਪੋਰਟਸ ਦੇ ਵਿੱਚ ਹੋਣ? ਹਾਂਜੀ ਬਿਲਕੁਲ। ਅਗਰ ਅਸੀਂ ਸਪੋਰਟਸ ਦੇ ਵਿੱਚ ਅੱਗੇ ਆਏ ਹਾਂ, ਤਾਂ ਉਹਦੇ ਪਿੱਛੇ ਸਭ ਤੋਂ ਪਹਿਲੇ ਮੇਰੇ ਫਾਦਰ, ਜਿਨ੍ਹਾਂ ਨੂੰ ਕਿ ਫੁੱਟਬਾਲ ਦਾ ਬਹੁਤ ਜ਼ਿਆਦਾ ਸ਼ੌਂਕ ਸੀ, ਲੇਕਿਨ ਵਿਲੇਜ ਦੇ ਵਿੱਚ ਰਹਿਣ ਕਰਕੇ ਜਾਂ ਉਹਨਾਂ ਦੇ ਪੇਰੈਂਟਸ ਥੋੜ੍ਹੇ ਇਵੇਂ ਦਾ ਸਿਸਟਮ ਸੀ ਕਿ ਪਿੰਡ ਦੇ ਵਿੱਚ ਨਹੀਂ ਕੁਛ ਵੀ ਕਰ ਸਕਦੇ, ਹੈ ਨਾ। ਉਹਨਾਂ ਨੇ ਸਾਨੂੰ ਅੱਗੇ ਈਜ਼ਲੀ 4 ਬੱਚਿਆਂ ਨੂੰ ਅੱਗੇ ਭੇਜਿਆ। ਸਭ ਤੋਂ ਪਹਿਲੇ ਮੇਰੇ ਬ੍ਰਦਰ, ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਉਹ ਫੁੱਟਬਾਲ ਕੋਚ ਨੇ, ਮੈਂ ਜਿਮਨਾਸਟਿਕ ਦੇ ਵਿੱਚ। ਉਸ ਤੋਂ ਬਾਅਦ ਮੇਰੀ ਸਿਸਟਰ ਜਿਮਨਾਸਟਿਕ ਦੇ ਵਿੱਚ, ਜਿਹੜੀ ਸਪਰਿੰਗਡੇਲ ਦੇ ਵਿੱਚ ਇਸ ਟਾਈਮ 'ਤੇ ਯੋਗਾ ਟੀਚਰ ਆ। ਉਸ ਤੋਂ ਬਾਅਦ ਮੇਰੇ ਛੋਟਾ ਬ੍ਰਦਰ ਆਰਮੀ ਦੇ ਵਿੱਚ, ਜਿਹੜਾ ਕਿ 16 ਸਾਲ ਦੇ ਵਿੱਚ ਆਰਮੀ ਦੇ ਵਿੱਚ ਭਰਤੀ ਹੋਇਆ। ਉਹ ਵੀ ਸਾਡੇ ਲਈ ਬਹੁਤ ਵੱਡੀ ਗੱਲ ਹੈ। ਸਭ ਤੋਂ ਪਹਿਲੇ ਉਹ ਭਰਤੀ ਹੋਇਆ ਇੱਕ ਸਪੋਰਟਸ ਦੇ ਕਰਕੇ, ਐਥਲੈਟਿਕ ਦਾ ਪਲੇਅਰ ਸੀ ਉਹ, ਅਤੇ ਅੱਗੋਂ ਫਿਰ ਸਾਨੂੰ ਵੀ ਬਹੁਤ ਜ਼ਿਆਦਾ ਕਰੇਜ਼ ਵੱਧਦਾ ਗਿਆ। ਤੁਸੀਂ ਕੀ ਸਮਝਦੇ ਜੇ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਤੁਸੀਂ ਉੱਥੇ ਗੁਰਦਾਸਪੁਰ ਦੇ ਵਿੱਚ ਪਿੰਡ ਦੇ ਵਿੱਚ ਰਹਿੰਦੇ ਸੀ, ਲੇਕਿਨ ਪਿੰਡਾਂ ਦੇ ਵਿੱਚ ਹਜੇ ਵੀ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਵੀ ਹੈਗੀ ਹੈ ਕਿ ਉਹ ਲੜਕੀਆਂ ਨੂੰ ਜਾਂ ਤਾਂ ਬਾਹਰ ਨਹੀਂ ਜਾਣ ਦਿੰਦੇ, ਜਾਂ ਕਹਿੰਦੇ ਕਿ ਅਸੀਂ ਇਕੱਲਿਆਂ ਜਾਣ ਨਹੀਂ ਦੇਣਾ। ਕੀ ਕਹਿਣਾ ਚਾਹੋਗੇ ਇਸ ਬਾਰੇ ਵੀ? ਹਾਂਜੀ, ਬਹੁਤ ਕੁਛ ਸਾਹਮਣੇ ਆਇਆ ਸੀ। ਕੁਛ ਸੀਗਾ ਇਵੇਂ ਦਾ ਕਿ ਫੈਮਲੀਜ਼ ਦੇ ਵਿੱਚ ਕੁਛ ਇਸ਼ੂਜ਼ ਹੁੰਦੇ ਸੀਗੇ ਕਿ ਜੋ ਕਿ ਮੇਰੇ ਪੇਰੈਂਟਸ ਨੂੰ ਵੀ ਸੁਣਨੇ ਪੈਂਦੇ ਸੀ ਕਿ ਲੜਕੀਆਂ ਨੂੰ ਬਾਹਰ ਕਿਉਂ ਭੇਜਦੇ ਹੋ, ਘਰੇ ਰੱਖੋ, ਹੈ ਨਾ। ਉਸ ਤੋਂ ਬਾਅਦ ਇਹ ਸੀ ਕਿ ਮੇਰੇ ਬ੍ਰਦਰ ਦੀ ਸਪੋਰਟ ਸੀਗੀ, ਦੋਨਾਂ ਦੀ। ਠੀਕ ਹੈ। ਮੇਰੀ ਸਿਸਟਰ ਦੀ ਸਪੋਰਟ ਸੀ, ਫਾਦਰ ਦੀ ਬਹੁਤ ਜ਼ਿਆਦਾ ਸਪੋਰਟ ਸੀ। ਕਿਸੇ ਦੀ ਸੁਣਦੇ ਨਹੀਂ ਸੀ ਉਹ ਸਪੋਰਟ, ਉਹਨਾਂ ਦੀ ਇੰਨੀ ਜ਼ਿਆਦਾ ਸੀ ਕਿ ਮੇਰੀ ਬੇਟੀਆਂ ਨੂੰ ਅੱਗੇ ਲੈ ਕੇ ਜਾਣਾ। ਅੱਜ ਮੈਂ ਪੁਲਿਸ 'ਚ ਹਾਂ ਤਾਂ ਵੀ ਉਹਨਾਂ ਦੇ ਕਰਕੇ ਹਾਂ। ਮੇਰਾ ਘੱਟ ਸ਼ੌਂਕ, ਉਹਨਾਂ ਦਾ ਜ਼ਿਆਦਾ ਸ਼ੌਂਕ ਸੀਗਾ, ਜੋ ਕਿ ਚਲੋ ਪੂਰਾ ਹੋਇਆ ਅੱਜ। ਜਿਸ ਤਰ੍ਹਾਂ ਤੁਸੀਂ ਇੱਕ ਲੜਕੀ ਤੋਂ ਬਾਅਦ ਹੁਣ ਮਦਰ ਵੀ ਬਣੇ ਜੇ, ਲੇਕਿਨ ਹਜੇ ਵੀ ਕੁਛ ਇਸ ਤਰ੍ਹਾਂ ਦੀਆਂ ਕੁਰੀਤੀਆਂ ਜਿਹੜੀਆਂ ਸਮਾਜ ਦੇ ਵਿੱਚ ਹੈਗੀਆਂ ਕਿ ਜਿਹੜੀਆਂ ਉਹ ਕਹਿੰਦੀਆਂ ਕਿ ਹਜੇ ਵੀ ਜਿਹੜੀ ਲੜਕੀ ਹੈਗੀ ਹੈ ਉਹ ਲੜਕੇ ਤੋਂ ਘੱਟ ਹੈ। ਹਜੇ ਵੀ ਬਹੁਤ ਸਾਰੇ ਲੋਕ ਜਿਹੜੇ ਆ ਇਸ ਨੂੰ ਫ਼ਰਕ ਦੇ ਤੌਰ 'ਤੇ ਸਮਝਦੇ ਆ, ਔਰ ਲੇਕਿਨ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਜਿੰਨੀਆਂ ਵੀ ਮੱਲਾਂ ਮਾਰ ਰਹੀਆਂ ਨੇ ਉਹ ਜ਼ਿਆਦਾ ਲੜਕੀਆਂ ਹੀ ਮਾਰ ਰਹੀਆਂ ਨੇ। ਕੀ ਕਹਿਣਾ ਵਾ ਇਸ ਬਾਰੇ, ਔਰ ਕੀ ਸਮਾਜ ਨੂੰ ਕਰਨਾ ਚਾਹੀਦਾ ਇਸ ਵਾਸਤੇ? ਵੈਸੇ ਚਲੋ ਆਪਣੀ ਆਪਣੀ ਸਭ ਦੀ ਸੋਚ ਹੈ, ਲੇਕਿਨ ਮੇਰੀ ਸੋਚ ਇਹ ਕਹਿੰਦੀ ਹੈ ਕਿ ਲੜਕੀਆਂ ਕਿਸੇ ਕੰਮ 'ਚ ਪਿੱਛੇ ਨਹੀਂ ਆ। ਜਿਹੜੇ ਇਹ ਥਿੰਕਿੰਗ ਰੱਖਦੇ ਉਹ ਪਿੱਛੇ ਰਹਿ ਜਾਂਦੇ ਨੇ।
ਓਬਵੀਅਸਲੀ ਹਰ ਚੀਜ਼ ਦੇ ਵਿੱਚ ਗਰਲਸ ਅੱਗੇ ਹੈਗੀਆਂ ਨੇ ਔਰ ਰਹਿਣਗੀਆਂ ਵੀ, ਠੀਕ ਹੈ। ਔਰ ਮੈਨੂੰ ਵੀ ਲੱਗਦਾ ਇਵੇਂ ਕਿ ਜਿਹੜੀਆਂ ਲੜਕੀਆਂ ਘਰ ਬੈਠੀਆਂ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਵਾ, ਜੋਬ ਕਰਨੀ ਚਾਹੀਦੀ ਆ ਔਰ ਫੈਮਿਲੀ ਨੂੰ ਸਪੋਰਟ ਹਮੇਸ਼ਾ ਕਰਨਾ ਚਾਹੀਦਾ ਇਸ ਚੀਜ਼ ਲਈ। ਮੇਰੇ ਹਸਬੈਂਡ ਜਿਹੜੇ ਉਹ ਵੀ ਮੈਨੂੰ ਪੂਰਾ ਸਪੋਰਟ ਕਰਦੇ ਨੇ ਇਸ ਚੀਜ਼ ਲਈ, ਕਿਉਂਕਿ ਮੈਂ ਹੁਣ ਆਫਟਰ ਮੈਰਿਜ ਆਫਟਰ ਬੇਬੀ ਫਿਰ ਵੀ ਪੁਲਿਸ 'ਚ ਜੋਬ ਕਰ ਰਹੀ ਹਾਂ, ਮੇਰੇ ਲਈ ਬਹੁਤ ਵੱਡੀ ਗੱਲ ਆ। ਉਸ ਤੋਂ ਬਾਅਦ ਗੇਮ ਨਾਲ ਨਾਲ ਰੱਖੀ ਹੋਈ ਜਾ ਰਹੀ ਹੈ ਆਪਣੀ। ਅਗਰ ਮੈਂ ਜਲੰਧਰ ਜਾਂਦੀ ਹਾਂ ਮੈਨੂੰ ਸਪੋਰਟ ਕਰਦੇ ਨੇ, ਮੈਂ PAP ਟੀਮ ਦੇ ਵਿੱਚ ਖੇਲਦੀ ਹਾਂ। ਹੁਣ ਮੈਂ ਸਟੇਟਸ ਖੇਲ ਕੇ ਆਈ ਹਾਂ। ਹੁਣ ਅਗਰ ਕਰੋਨਾ ਦੀ ਬਿਮਾਰੀ ਨਹੀਂ ਹੁੰਦੀ ਤਾਂ ਹੁਣ ਫਿਰ ਅੱਗੇ ਇੰਡੀਆ ਪੁਲਿਸ ਦੇ ਵਿੱਚ ਵੀ ਜਾਣਾ ਸੀਗਾ। ਚਲੋ ਮੈਨੂੰ ਇੱਦਾਂ ਲੱਗਦਾ ਕਿ ਇਸ ਚੀਜ਼ ਦੇ ਲਈ ਅੱਗੇ ਜਾਣਾ ਚਾਹੀਦਾ ਵਾ ਔਰ ਲੜਕੀਆਂ ਨੂੰ ਬਾਹਰ ਲੈ ਕੇ ਜਾਣਾ ਚਾਹੀਦਾ। ਆਫਟਰ ਮੈਰਿਜ ਇਵੇਂ ਦਾ ਕੁਛ ਨਹੀਂ ਆ ਕਿ ਮੈਨੂੰ ਕਿਸੇ ਚੀਜ਼ 'ਚ ਪਰੇਸ਼ਾਨੀ ਆਏ, ਮੈਨੂੰ ਕਿਸੇ ਚੀਜ਼ 'ਚ ਪਰੇਸ਼ਾਨੀ ਨਹੀਂ ਆਉਂਦੀ। ਕੱਲ੍ਹ ਜਾਂ ਪਰਸੋਂ ਦੀ ਹੀ ਗੱਲ ਹੈ ਕਿ ਇੱਕ 4 ਦਿਨ ਦੀ ਹਜੇ ਬੱਚੀ ਹੈ ਔਰ ਉਹਨੂੰ ਕੋਈ ਬਾਹਰ ਸੁੱਟ ਗਿਆ ਸੀ ਔਰ ਡਾਕਟਰਾਂ ਵੱਲੋਂ ਉਹਦਾ ਇਲਾਜ ਵੀ ਕੀਤਾ ਜਾ ਰਿਹਾ। ਔਰ ਮਤਲਬ ਕਿ ਉਹਨਾਂ ਇਹ ਮਾਂ-ਬਾਪ ਕਿਉਂ ਇਸ ਤਰ੍ਹਾਂ ਕਰਦੇ ਨੇ ਕਿ ਇਹਨਾਂ ਖਾਸ ਕਰਕੇ ਜਦੋਂ ਬੇਟੀਆਂ ਹੁੰਦੀਆਂ ਉਹਨਾਂ ਨੂੰ ਇਸ ਤਰ੍ਹਾਂ ਆਪਣੇ ਤੋਂ ਦੂਰ ਕਰਨਾ ਔਰ ਇਹੀ ਇੱਛਾ ਰੱਖਣੀ ਕਿ ਨਹੀਂ ਜੀ ਅਗਰ ਲੜਕਾ ਹੈਗਾ ਤਾਂ ਅਸੀਂ ਰੱਖਣਾ, ਅਗਰ ਲੜਕੀ ਨਹੀਂ ਹੈਗੀ ਤਾਂ ਉਹਨੂੰ ਛੱਡ ਦਿਓ। ਵੈਸੇ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ, ਬਹੁਤ ਬੁਰੀ ਗੱਲ ਹੈ। ਲੇਕਿਨ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ 4 ਸਾਲ ਦੀ ਬੱਚੀ ਉਹਨੂੰ ਤੁਸੀਂ ਆਪਣੇ ਤੋਂ ਦੂਰ ਕਰ ਰਹੇ ਹੋ। ਅਗਰ ਤੁਸੀਂ ਮੇਰੀ ਪ੍ਰੋਫਾਈਲ ਦੇਖੋ ਤੇ 4 ਸਾਲ ਦੀ ਮੇਰੀ ਸਟੂਡੈਂਟ ਪ੍ਰਿਆੰਸ਼ੂ ਇਸ ਟਾਈਮ ਤੇ ਇੰਟਰਨੈਸ਼ਨਲ ਪਲੇਅਰ ਆ, ਠੀਕ ਹੈ। ਜਿਮਨਾਸਟਿਕ ਦੇ ਵਿੱਚ, ਰਿਦਮਿਕ ਜਿਮਨਾਸਟਿਕ ਦੇ ਵਿੱਚ ਮੇਰੇ ਸਟੂਡੈਂਟਸ ਤੇ ਬਹੁਤ ਅੱਗੇ ਗਏ। ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ 'ਚ ਮੈਂ ਪ੍ਰਾਈਵੇਟ ਜੋਬ ਸਟਾਰਟ ਕੀਤੀ ਤੇ ਸਾਰੀਆਂ ਗਰਲਸ ਸੀਗੀਆਂ ਜਿਹੜੀਆਂ ਮੇਰੇ ਨਾਲ ਸੀਗੀ, ਜਿਹੜੀਆਂ ਬਹੁਤ ਜ਼ਿਆਦਾ ਅੱਗੇ ਗਈਆਂ, ਠੀਕ ਹੈ। ਉਹਨਾਂ ਨੂੰ ਚਾਹੀਦਾ ਹੈ ਪੇਰੈਂਟਸ ਨੂੰ ਕਿ ਉਹਨਾਂ ਚੀਜ਼ਾਂ ਨੂੰ ਦੇਖਣ, ਆਪਣੀ ਜਿਹੜੀ ਸੋਚ ਆ ਥੋੜ੍ਹਾ ਉਹਨੂੰ ਉੱਚਾ ਲੈ ਕੇ ਜਾਣ, ਤਾਂ ਜੋ ਜਿਹੜੀਆਂ ਅੱਜ ਦੀਆਂ ਲੜਕੀਆਂ ਉਹਨਾਂ ਨੂੰ ਕਿਸੇ ਚੀਜ਼ 'ਚ ਕਮੀ ਨਾ ਆਵੇ ਤੇ ਉਹ ਅੱਗੇ ਜੋਬ ਵੀ ਕਰਨ। ਹਾਂਜੀ ਰਾਜੀਵ ਜੀ ਨਮਸਕਾਰ ਜੀ। ਹਾਂਜੀ ਨਮਸਕਾਰ ਜੀ। ਰਾਜੀਵ ਜੀ ਸਭ ਤੋਂ ਪਹਿਲੇ ਤਾਂ ਤੁਸੀਂ ਦੱਸੋ ਕਿ ਆਫਟਰ ਮੈਰਿਜ ਜਦੋਂ ਰਾਜਵਿੰਦਰ ਜੀ ਤੁਹਾਡੇ ਕੋਲ ਆਏ ਔਰ ਉਸ ਤੋਂ ਪਹਿਲੇ ਵੀ ਤੁਹਾਨੂੰ ਪਤਾ ਹੋਵੇਗਾ ਕਿ ਇਹ ਸਪੋਰਟਸ ਦੇ ਨਾਲ ਕਰਦੇ ਨੇ, ਔਰ ਕੀ ਇਸ ਤਰ੍ਹਾਂ ਦੀ ਮਨ ਦੇ ਵਿੱਚ ਇੱਛਾ ਵੀ ਸੀ ਕਿ ਵੀ ਸਪੋਰਟਸ ਜਿਹੜੀ ਹੈਗੀ ਆ, ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਬੜੀ ਵਧੀਆ ਚੀਜ਼ ਹੈਗੀ ਹੈ ਔਰ ਕੋਈ ਪ੍ਰਾਊਡ ਫੀਲ ਵੀ ਕਰਦੇ ਹੋ ਕਿ ਹਾਂ ਵੀ ਮੇਰੀ ਵਾइफ ਜਿਹੜੀ ਆ रही है वो एक स्पोर्ट्स गर्ल है। फ़र्स्ट ऑफ़ ऑल मैं यही कहना चाहता हूँ कि मैं भी एक स्पोर्ट्स पर्सन ही था। पहले मैं क्रिकेट खेलता था बट मुझे उतनी अपॉर्चुनिटीज़ नहीं मिली। सो ये एक कोइंसिडेंस ये है कि मुझे वाइफ के तौर पे मतलब एक स्पोर्ट्स पर्सन ही मिल रहा है। तो हाँ, लाइफ डिफरेंट होती है और उनके जो फ्रीडम जो मैंने उनको दिया है, प्रोवाइड किया, हालांकि मैंने उतना भी ज़्यादा फ्रीडम नहीं दिया है कि आप हर चीज़ के लिए आप चाहे तो आप इंटरनेशनल चल जाओ, वो चीज़ मैंने नहीं किया है। हाँ, लेकिन ये ज़रूर है कि 2-4 दिन 5 दिन जो भी आपको जो करना चाहते हो आप करो, ज़रूर करो। और लेकिन इन मतलब एक बाउंड्रेशन में होना चाहिए, सब लिमिट में होना चाहिए। और हाँ, जब दिक्कत आती है जब ये जाते हैं कहीं खेलने के लिए जाते हैं, कोई कंपटीशन में जाते हैं एंड 5-6 डेज़ हो जाता है, तो बच्चे को संभालना फिर वो मेरे ही ऊपर होता है। मेरी एक तरह से अंडरस्टैंडिंग, हम दोनों की अंडरस्टैंडिंग होती है कि हाँ जी आपने ऐसे, उन्होंने सारा कुछ मुझे प्रिपेयर करके बताना है कि हाँ जी ये करो वो करो। और आज के डेट में जो टेक्नोलॉजी की वजह से जो हमारे पास व्हाट्सअप है, तो उसमें भी उन्होंने मुझे भेजना है कि हाँ जी ऐसे ये चीज़ बनाया जाता है, या फिर कोई भी कुकिंग का हमें स्किल्स बताया जाता है कि ये ऐसे करो वैसे, तो फिर मैनेज हो जाता है इन सब चीज़ों से। हाँ, लेकिन दिक्कत होती है जब एक बच्चा हो घर पे और उसको आपको देखना पड़ता है, फिर भी मैनेजेबल है। ਕਿਸੇ ਵੀ ਖੇਤਰ ਦੇ ਵਿੱਚ ਕੋਈ ਕਾਮਯਾਬੀ ਹੈ ਤਾਂ ਉਹਦੇ ਪਿੱਛੇ ਕੁਛ ਨਾ ਕੁਛ ਹੱਥ ਹੁੰਦਾ ਹੈ। ਜਦੋਂ ਰਾਜਵਿੰਦਰ ਜੀ ਅਨਮੈਰਿਡ ਸੀ ਉਦੋਂ ਉਹਨਾਂ ਦੇ ਫਾਦਰ ਮਦਰ ਔਰ ਬ੍ਰਦਰ ਸਿਸਟਰ ਸਾਰਿਆਂ ਦਾ ਬਹੁਤ ਹੱਥ ਸੀ। ਔਰ ਅਸੀਂ ਕਹਿ ਸਕਦੇ ਹਾਂ ਕਿ ਹੁਣ ਆਫਟਰ ਮੈਰਿਜ ਜਿਹੜਾ ਹੈਗਾ ਤੁਸੀਂ ਵੀ ਇੱਕ, ਮੈਂ ਕਹਿੰਦਾ ਕਿ ਇਹ ਵੀ ਇੱਕ ਪਰਵਰਿਸ਼ ਹੁੰਦੀ ਹੈ ਕਿ ਜਦੋਂ ਇੱਕ ਤੁਸੀਂ ਸਪੋਰਟਸ ਗਰਲ, ਸਪੋਰਟਸ ਵੂਮਨ ਔਰ ਖਾਸ ਤੌਰ 'ਤੇ ਆਪਣੀ ਵਾइफ ਦੀ ਮਦਦ ਕਰਨਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਚੀਜ਼ ਦਾ ਵੀ ਫਾਇਦਾ ਹੁੰਦਾ ਹੈ। बिल्कुल बिल्कुल जी, इसमें यही है कि एक अंडरस्टैंडिंग ज़रूर होनी चाहिए एक वाइफ़ और हस्बैंड के बीच में। सेकेंडली, अगर हमारे सपोर्ट पे कोई भी नहीं खड़ा, लेकिन अगर हम कहें कि हमारे हस्बैंड खड़े हैं या हमारी वाइफ़ खड़ी है, तो बहुत बड़ी चीज़ होती है। और ये कहीं ना कहीं जब हम समाज के बारे बात करते हैं, सोसाइटी के बारे बात करते हैं, सोसाइटी ने बहुत कुछ बोलना है कि हाँ जी आपकी वाइफ़ ऐसे मतलब जिमनास्टिक है तो उसने कॉस्ट्यूम भी वैसे पहनना। सो मुझे इन सब चीज़ों से कुछ नहीं है, क्योंकि जो ब्रॉड माइंडेड जो पीपल होते हैं वो नहीं सोचते। लेकिन हाँ, जो ऑर्थोडॉक्स पीपल होते हैं, जो पुराने विचार रख रहे होते हैं, वो तभी जो आपने एक न्यूज़ के बारे में मुझे बताया था कि 4 साल की जो लड़की को बाहर कर दिया गया,
तो ये ऑर्थोडॉक्स वाली चीज़ें हैं। तो बच्चों को जब तक आपने आगे नहीं बढ़ाना, तो मैं नहीं सोचता कि इस सोसाइटी का भी उद्धार हो पाएगा एक तरह से। हाँ, चीज़ें हैं, धीरे धीरे स्टेप बाय स्टेप सब कुछ चीज़ें ठीक होंगी, लेकिन एक सिस्टमैटिकली एक सही तरीके से सब चीज़ बढ़ेगा तभी हो पाएगा हर चीज़। ਜਿਸ ਤਰ੍ਹਾਂ ਕਿਹਾ ਜਾਂਦਾ ਕਿ ਔਰਤ ਤੋਂ ਬਿਨਾਂ ਜਿਹੜਾ ਹੈਗਾ ਨਾ ਤੇ ਦੇਸ਼ ਹੀ, ਅਗਰ ਆਪਾਂ ਦੇਸ਼ ਦੀ ਵੀ ਗੱਲ ਕਰਦੇ ਤਾਂ ਬਹੁਤ ਸਾਰੀਆਂ ਔਰਤਾਂ ਨੇ, ਬਹੁਤ ਸਾਰੀਆਂ ਲੜਕੀਆਂ ਨੇ ਦੇਸ਼ ਦਾ ਨਾਮ ਜਿਹੜਾ ਹੈਗਾ ਰੋਸ਼ਨ ਕੀਤਾ ਹੈ। ਔਰ ਖਾਸ ਕਰਕੇ ਪਰਿਵਾਰ ਦੀ ਗੱਲ ਕਰਦੇ ਹਾਂ ਤਾਂ ਪਰਿਵਾਰ ਦੇ ਵਿੱਚ ਵੀ ਔਰਤ ਦਾ ਜਿਹੜਾ ਦਰਜਾ ਹੈਗਾ ਬਹੁਤ ਵੱਡਾ ਹੈਗਾ ਕਿ ਔਰਤ ਤੋਂ ਬਿਨਾਂ ਕਹਿੰਦੇ ਕਿ ਘਰ ਨਹੀਂ ਹੁੰਦਾ। ਅਗਰ ਅਸੀਂ ਬਹੁਤ ਸਾਰੇ ਦੇਖਦੇ ਹਾਂ ਕਿ ਅਗਰ ਕਹਿੰਦੇ ਕਿ ਅਗਰ ਉਹਦੇ ਘਰ ਔਰਤ नहीं है तो ਉਹਦਾ ਘਰ नहीं है। बिल्कुल, ये मुझसे ज़्यादा और कोई नहीं आपको बता पाएगा, क्योंकि मैंने खुद ये चीज़ फील की हुई है। जब ये स्पोर्ट्स के लिए जाते हैं, कंपटीशन के लिए जाते हैं, बहुत ही डिफरेंट, मतलब एक बहुत ही डिफरेंट माहौल होता है। सफाइयाँ नहीं होती घर पे अगर, या फिर खाना नहीं होता है और बच्चा भी रो रहा है एंड ही इज़ लाइक, और उसको ये होता है कि टीवी देखो, मुझे ये होता है कि मैं भी टीवी देखूँ, खाना भी खाऊँ, लेकिन कुछ नहीं होता अवेलेबल। तब जाके हार के फिर हमें कुछ नया चीज़ें सीखनी पड़ती है कि हाँ जी कैसे बनाया जाए, कैसे खाया जाए, मैनेज करना होता है। सबसे मेन चीज़ होती है जब कोई घर पे आए, और घर पे आने के बाद जब आपको ऑब्वियसली आप उसको कुछ ऑफ़र करते हो खाने के लिए और कुछ स्नैक्स वगैरह करते हो, लेकिन स्नैक्स को एक तरह से हम कैसे प्रोवाइड करें, हम कैसे रखें, कैसे कहाँ से लेके आएँ, सब कुछ मतलब चीज़ें जो होती है बहुत डिफ़िकल्ट होती है उस टाइम खोजना वगैरह कि स्नैक्स कहाँ रखें, बिस्किट्स कहाँ रखें, सब होते हैं, दिक्कत बहुत ज़्यादा होता है। और अगर मैं बात करूँ कि पेरेंट्स के अलावा, कि मेरे पेरेंट्स भी मेरे साथ नहीं रहते हैं, तो दिस इज़, ये हमारा परिवार है, ठीक है। तो परिवार हमारा ये है कि, और सभी ओपन माइंडेड है, सभी ही एक तरह से हम एक दूसरे से डिस्कस करते हैं, जो हर मियाँ बीवी आपस में करते होंगे, सब चीज़ डिस्कस करने के बाद फिर हम कोई डिसीजन में आते हैं। और हाँ, अब मुझे भी अगर जाना पड़ता है तो शी इज़ ओके विद दैट, कि अगर मैं भी किसी दिन अगर 3 या 4 दिन के लिए जाऊँ तो मैं डिस्कस करूँगा, मैनेज करूँगा, उसके बाद फिर हम आगे बढ़ जाते हैं। ਰਾਜਵਿੰਦਰ ਜੀ ਕੀ ਪ੍ਰਾਊਡ ਫੀਲ ਕਰਦੇ ਜੇ ਕਿ ਤੁਸੀਂ ਤੁਹਾਡੇ ਹਸਬੰਡ ਦੀ ਇਹ ਵਾਲੀ ਸੋਚ ਜਿਹੜੀ ਹੈਗੀ ਹੈ, ਔਰ ਇਹ ਸੋਚ ਜਿਹੜੀ ਹੈਗੀ ਹੈ, ਮੈਂ ਕਹਿੰਦਾ ਕਿ ਅਗਰ ਜਿੰਨੀਆਂ ਵੀ ਲੜਕੀਆਂ ਸਮਾਜ ਦੇ ਵਿੱਚ ਆਪਣੇ ਘਰ ਸਹੁਰੇ ਘਰ 'ਚ ਜਾਂਦੀਆਂ, ਮੇਰੇ ਖਿਆਲ 'ਚ ਹਰ ਇੱਕ ਹਸਬੰਡ ਦੀ ਜਿਹੜੀ ਹੈਗੀ ਹੈ ਸੋਚ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਮੇਰੀ ਮੈਰਿਜ ਨੂੰ 9 ਸਾਲ ਹੋ ਗਏ ਤੇ 9 ਸਾਲ ਦੇ ਵਿੱਚ ਮੈਂ ਆਪਣੇ ਪੇਕੇ ਘਰ ਮੁੜ ਕੇ ਨਹੀਂ ਦੇਖਿਆ। ਠੀਕ ਹੈ, ਮਿਲਦੇ ਹਾਂ, ਬਹੁਤ ਥੋੜ੍ਹਾ ਮਿਲਦੇ ਹਾਂ, ਔਰ ਮੈਨੂੰ ਲੱਗਦਾ ਕਿ ਮੇਰੀ ਮੈਰਿਜ ਤੋਂ ਬਾਅਦ ਮੈਨੂੰ ਬਹੁਤ ਵਧੀਆ ਮੇਰੇ ਹਸਬੈਂਡ ਮਿਲੇ ਨੇ। ਠੀਕ ਹੈ, ਇਵੇਂ ਦੇ ਹਸਬੈਂਡ ਸਭ ਨੂੰ ਮਿਲਣ ਕਿ ਮੇਰੀ ਹਰ ਖੁਆਇਸ਼ ਪੂਰੀ ਹੁੰਦੀ ਆ, ਹਰ ਇੱਕ ਚੀਜ਼ 'ਚ ਮੈਨੂੰ ਕਿਤੇ ਵੀ ਮੁਸ਼ਕਿਲ ਨਹੀਂ ਆਉਂਦੀ ਹੈਗੀ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਪਰਸਨ ਬਹੁਤ ਹੀ ਬੈਸਟ ਆ, ਕਿਉਂਕਿ ਹਰ ਚੀਜ਼ ਦੇ ਵਿੱਚ ਕੰਫਰਟੇਬਲ ਹੈ ਮੈਂ, ਮੈਨੂੰ ਕਿਸੇ ਚੀਜ਼ 'ਚ ਮੁਸ਼ਕਿਲ ਨਹੀਂ ਆਉਂਦੀ। ਜਿਸ ਸਕੂਲ ਦੇ ਵਿੱਚ ਮੈਂ ਜੋਬ ਕਰ ਰਹੀ ਸੀ, ਸਪਰਿੰਗਡੇਲ ਹੋਲੀ ਹਾਰਟਸ, ਉਸ ਸਕੂਲ 'ਚ ਮੇਰਾ ਹੁਣ ਹਸਬੈਂਡ ਪੜ੍ਹਿਆ। ਕਿਸ ਕਰਕੇ? ਇਹਨਾਂ ਦੇ ਕਰਕੇ, ਬਿਕੋਜ਼ ਇਹਨਾਂ ਦੀ ਸਟੱਡੀ ਅੱਛੀ ਆ ਅਤੇ ਉਹ ਚਾਹੁੰਦੇ ਕਿ ਬੱਚੇ ਦੀ ਵੀ ਅੱਗੇ ਸਟੱਡੀ ਅੱਛੀ ਹੋਵੇ। ਉਸੇ ਸਕੂਲ ਦੇ ਵਿੱਚ ਅਸੀਂ ਅਗਰ ਪਾਰਟੀਸਪੇਟ ਕੀਤਾ ਸਪੋਰਟਸ ਦੇ ਵਿੱਚ ਮੇਰੇ ਬੇਟੇ ਨੇ, ਔਰ ਇੰਨਾ ਪ੍ਰਾਊਡ ਫੀਲ ਹੋਇਆ ਕਿ ਸਪੋਰਟਸ ਦੇ ਕਰਕੇ ਮੇਰਾ ਬੱਚਾ ਉਸ ਟਾਈਮ 'ਚ ਫਸਟ ਟਾਈਮ 3rd ਆਇਆ, ਔਰ ਉਸ ਦੇ ਵਿੱਚ ਪੇਰੈਂਟਸ ਦਾ ਵੀ ਪਾਰਟੀਸਪੇਟ ਸੀ। ਉਸੇ ਸਕੂਲ ਦੇ ਵਿੱਚ ਅਸੀਂ ਤਿੰਨੋਂ 3rd ਆਏ। ਉਹ ਸ਼ੀਲਡ ਲੈਂਦਿਆਂ ਸਾਨੂੰ ਜੋ ਖੁਸ਼ੀ ਫੀਲ ਹੋਈ ਨਾ, ਉਹ ਸਿਰਫ ਅਸੀਂ ਤਿੰਨੋਂ ਹੀ ਜਾਣਦੇ ਹਾਂ। ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ, ਹੁਣ ਤੁਸੀਂ ਪੰਜਾਬ ਪੁਲਿਸ ਵਿੱਚ ਬਤੌਰ ਕਨਸਟੇਬਲ ਜੋਬ ਕਰ ਰਹੇ ਜੇ, ਉਸ ਦੀ ਕਿਸ ਤਰ੍ਹਾਂ ਦੀ ਰੂਟੀਨ ਹੁੰਦੀ ਹੈ ਤੁਹਾਡੀ? ਫਿਰ ਰੂਟੀਨ ਇਵੇਂ ਕਿ ਕਈ ਵਾਰ ਤਾਂ ਜੋਬ ਦੇ ਵਿੱਚ ਹੀ ਬੇਟੇ ਨੂੰ ਗੱਡੀ 'ਚ ਬਿਠਾ ਕੇ ਲੈ ਕੇ ਜਾਣਾ ਪੈਂਦਾ, ਬਿਕੋਜ਼ ਕੋਈ ਸੀਨੀਅਰ ਪਰਸਨ ਨਹੀਂ ਹੈ ਸਾਡੇ ਨਾਲ, ਨਾ ਹੀ ਅਸੀਂ ਕਿਤੇ ਨੇਬਰਸ ਕੋਲ ਛੱਡ ਕੇ ਜਾ ਸਕਦੇ ਹਾਂ। ਕਈ ਵਾਰ ਮੇਰੇ ਹਸਬੈਂਡ ਨੂੰ ਆਪਣੇ ਆਫਿਸ ਲੈ ਕੇ ਜਾਣਾ ਪੈਂਦਾ, ਇਸ ਤਰ੍ਹਾਂ ਹੀ ਮੈਨੇਜ ਹੁੰਦਾ ਹੈ। ਕਈ ਵਾਰ ਟਿਊਸ਼ਨ 'ਤੇ ਛੱਡਣਾ ਹੁੰਦਾ, ਜੋਬ ਦੇ ਵਿੱਚੋਂ ਹੀ 1-2 ਮਿੰਟ ਟਾਈਮ ਨਿਕਾਲ ਕੇ ਫਿਰ ਇਹਨੂੰ ਛੱਡਣਾ ਜਾਣਾ ਪੈਂਦਾ ਟਿਊਸ਼ਨ 'ਤੇ, ਸਕੂਲ ਤੋਂ ਲੈ ਕੇ ਆਉਣਾ, ਛੱਡਣ ਜਾਣਾ, ਇਹ ਮਤਲਬ ਮੈਨੇਜ ਕਰ ਰਹੇ ਹਾਂ ਅਸੀਂ ਤਿੰਨੋਂ ਮਿਲ ਕੇ। ਕਹਿੰਦੇ ਕਿ ਸਪੋਰਟਸ ਦੇ ਵਿੱਚ ਜਿਸ ਤਰ੍ਹਾਂ ਜਿਮਨਾਸਟਿਕ ਹੈ, ਯੋਗਾ ਵੀ ਤੁਸੀਂ ਕਰਦੇ ਜੇ, ਲੋਕਾਂ ਨੂੰ ਕਰਵਾਉਂਦੇ ਵੀ ਜੇ, ਅਤੇ ਕੀ ਇਹਦੇ ਵਾਸਤੇ ਕੋਈ ਉਮਰ ਹੈ ਕਿ ਜਾਂ ਹਰ ਇੱਕ ਵਾਸਤੇ ਜ਼ਰੂਰੀ ਹੈ? ਬਿਲਕੁਲ ਨਹੀਂ। ਅਗਰ ਮੈਂ ਇੱਕ ਦਿਨ ਫਿਟਨੈਸ ਨਹੀਂ ਕਰਦੀ ਤਾਂ ਮੈਂ ਅਨਫਿਟ ਫੀਲ ਕਰਦੀ ਹਾਂ। ਮੈਨੂੰ ਲੱਗਦਾ ਕਿ ਮੇਰਾ ਸਟਰਕਚਰ ਜਿਹੜਾ ਉਹ ਸਟਿਫ ਹੋ ਗਿਆ ਆ। ਅਗਰ ਮੈਂ ਫਿਟਨੈਸ ਕਰਦੀ ਹਾਂ ਤਾਂ ਮੈਨੂੰ ਬਹੁਤ ਅੱਛਾ ਲੱਗਦਾ। ਮੈਨੂੰ ਲੱਗਦਾ ਕਿ ਜੋ ਵੀ, ਚਾਹੇ ਓਲਡ ਮੈਨ ਚਾਹੇ ਬੱਚਾ ਆ, ਉਹਨਾਂ ਨੂੰ ਅਗਰ ਅੱਗੇ ਫਿਟਨੈਸ ਆਪਣੀ ਸ਼ੋਅ ਕਰਨੀ ਆ ਜਾਂ ਫਿਟ ਰਹਿਣਾ ਆ ਅਤੇ ਉਹਨਾਂ ਨੂੰ ਸਪੋਰਟਸ ਜ਼ਰੂਰ ਕਰਨੀ ਚਾਹੀਦੀ ਹੈ। ਬੇਸਿਕਲੀ ਯੋਗਾ ਤਾਂ ਜ਼ਰੂਰ ਕਰਨ, ਯੋਗਾ ਦੇ ਨਾਲ ਹਮੇਸ਼ਾ ਹੀ ਫਿਟਨੈਸ ਆਪਣੀ ਕਾਇਮ ਰਹਿੰਦੀ ਆ।
ਜਿਸ ਤਰ੍ਹਾਂ ਤੁਸੀਂ ਆਪਣੀ ਡਿਊਟੀ 'ਤੇ ਜਾਂਦੇ ਜੇ ਉੱਥੇ ਵੀ ਚਰਚਾ ਹੁੰਦੀ ਹੋਏਗੀ ਕਿ ਜਿਹੜੀ ਇਹ ਵਾਲੀ ਆਫੀਸਰ ਹੈਗੀ ਹੈ ਜਾਂ ਇੱਕ ਬਹੁਤ ਅੱਛੀ ਸਪੋਰਟਸ ਗਰਲ ਹੈ ਜਾਂ ਸਪੋਰਟਸ ਵੂਮੈਨ ਹੈ, ਔਰ ਕੀ ਕਦੀ ਕਦੀ ਇਸ ਤਰ੍ਹਾਂ ਵੀ ਕਹਿੰਦੇ ਹੋਣਗੇ ਕਿ ਬੜਾ ਸਾਨੂੰ ਪ੍ਰਾਊਡ ਵੀ ਹੈ ਕਿ ਸਾਡੇ ਇਸ ਸਟਾਫ ਦੇ ਵਿੱਚ ਜਿੱਥੇ ਤੁਸੀਂ ਮੌਜੂਦਾ ਸਪੋਰਟ ਕਰਦੇ ਜੇ, ਡਿਊਟੀ ਕਰਦੇ ਜੇ, ਕਿ ਇਸ ਤਰ੍ਹਾਂ ਦੀ ਚਰਚਾ ਵੀ ਹੁੰਦੀ ਹੈ ਕਦੀ? ਹਾਂਜੀ ਬਿਲਕੁਲ, ਮੇਰਾ ਪੁਲਿਸ ਸਟਾਫ ਜਿਹੜਾ ਉਹ ਬਹੁਤ ਖੁਸ਼ ਹੁੰਦਾ ਮੇਰੇ ਤੋਂ ਹਮੇਸ਼ਾ। ਮਤਲਬ ਸਾਰੇ ਸਟਾਫ ਨੂੰ ਪਤਾ ਹੈ ਕਿ ਇੱਕ ਜਿਮਨਾਸਟਿਕ ਦੀ ਪਲੇਅਰ ਹੈ, ਉਸੇ ਚੀਜ਼ ਲਈ ਭਰਤੀ ਹੋਈ ਹੈ। ਅਤੇ ਮਤਲਬ ਜਦੋਂ ਪੁਲਿਸ ਗੇਮਸ ਹੁੰਦੀਆਂ ਨੇ, ਸਾਡੇ ਜ਼ੋਨਸ ਹੁੰਦੀਆਂ ਨੇ, ਉਹਦੇ ਵਿੱਚ ਵੀ ਮੈਂ ਪਾਰਟੀਸਪੇਟ ਕਰਦੀ, ਉਹ 'ਚ ਵੀ ਹਮੇਸ਼ਾ ਕੋਈ ਨਾ ਕੋਈ ਪੋਜੀਸ਼ਨ ਲੈ ਕੇ ਆਉਂਦੀ ਹਾਂ। ਅਤੇ ਉਹਦੇ ਵਿੱਚ ਛੋਟਾ ਨਹੀਂ ਹੁੰਦਾ ਮੇਰੇ ਲਈ ਇਹ ਚੀਜ਼। ਜਦੋਂ ਕਮਿਸ਼ਨਰ ਸਰ ਮੈਨੂੰ ਸਨਮਾਨਿਤ ਕਰਦੇ ਨੇ ਇਸ ਚੀਜ਼ ਲਈ, ਸਰਟੀਫਿਕੇਟਸ ਦਿੰਦੇ ਨੇ, ਠੀਕ ਆ, ਸਾਰਿਆਂ ਦੇ ਵਿੱਚ, ਅਤੇ ਉਸ ਟਾਈਮ 'ਤੇ ਸਾਡਾ ਸਟਾਫ ਵੀ ਸਾਨੂੰ ਹਮੇਸ਼ਾ ਵਧਾਈਆਂ ਦਿੰਦਾ ਹੈ ਕਿ ਤੁਸੀਂ ਵਿਨ ਕੀਤਾ ਹੈ, ਠੀਕ ਹੈ। ਇਹ ਚੀਜ਼ ਮੇਰੇ ਲਈ ਬਹੁਤ ਵਧੀਆ ਹੁੰਦੀ, ਬਹੁਤ ਵਧੀਆ ਕਿ ਮੇਰਾ ਸਟਾਫ ਹਮੇਸ਼ਾ ਮੇਰੇ ਤੋਂ ਖੁਸ਼ ਹੁੰਦਾ ਹੈ। ਮੇਰਾ ਲਾਸਟ ਸਵਾਲ ਹੈ ਜੀ ਕਿ ਕੀ ਕਹਿਣਾ ਚਾਹੋਗੇ ਖਾਸ ਕਰਕੇ ਇੱਕ ਫਿਟਨੈਸ ਰਹਿਣ ਵਾਸਤੇ ਲੋਕਾਂ ਨੂੰ ਵੀ, ਕਿ ਜੋ ਵੀ ਦਰਸ਼ਕ ਹੁਣ ਤੁਹਾਡਾ ਇੰਟਰਵਿਊ ਸਾਰਾ ਦੇਖ ਰਹੇ ਨੇ, ਔਰ ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦੇ ਟਿਪਸ ਕੋਈ ਦੇਣੇ ਚਾਹੋਗੇ? ਇਹੀ ਆ, ਮੋਰਨਿੰਗ ਉੱਠੋ, ਵੋਕ ਕਰੋ, ਸਟਾਰਟ ਕਰੋ, ਉੱਪਰ ਤੋਂ ਲੈ ਕੇ ਨੀਚੇ ਤੱਕ ਐਕਸਰਸਾਈਜ਼ ਕਰੋ। ਉਸ ਤੋਂ ਬਾਅਦ ਆਪਣੇ ਆਪ ਨੂੰ ਤੁਸੀਂ ਦੇਖੋ ਕਿ ਤੁਸੀਂ ਆਪਣੇ ਆਪ ਨੂੰ ਕਿੰਨਾ ਫਿੱਟ ਪਾਓਗੇ, ਐਨਰਜੀ ਤੁਹਾਡੇ ਅੰਦਰ ਪ੍ਰੋਪਰ ਰਹੇਗੀ, ਔਰ ਕਿਤੇ ਵੀ ਪੇਨ ਤੁਹਾਨੂੰ ਫੀਲ ਨਹੀਂ ਹੋਏਗੀ ਸਟਰਕਚਰ ਦੇ ਵਿੱਚ। ਮੈਂ ਤਾਂ ਇਸ ਟਾਈਮ 'ਤੇ ਆਪਣੇ ਆਪ ਨੂੰ ਪੂਰਾ ਫਿੱਟ ਪਾਉਂਦੀ ਹਾਂ। ਓਕੇ ਜੀ, ਥੈਂਕ ਯੂ, ਔਰ ਥੈਂਕ ਯੂ ਵੈਰੀ ਮੱਚ ਸਾਡੇ ਨਾਲ ਗੱਲ ਕਰਨ ਵਾਸਤੇ। ਔਰ ਪਰਮਾਤਮਾ ਕਰੇ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਇੰਟਰਵਿਊ 'ਚ ਸਾਰਾ ਕੁਝ ਦੱਸਿਆ, ਇਹ ਹਮੇਸ਼ਾ ਇਸੇ ਤਰ੍ਹਾਂ ਰਹੇ ਜੀ। ਇਹ ਸਨ ਰਾਜਵਿੰਦਰ ਜੀ ਔਰ ਉਹਨਾਂ ਦੇ ਹਸਬੈਂਡ ਰਜੀਵ ਜੀ, ਜਿਨ੍ਹਾਂ ਨੇ ਦੱਸਿਆ ਹੈ ਕਿ ਖਾਸ ਕਰਕੇ ਅਸੀਂ ਹਸਬੈਂਡ ਔਰ ਵਾਈਫ ਦਾ ਕਿਹੜਾ ਤਾਲਮੇਲ ਹੈ, ਉਹ ਹਰ ਚੀਜ਼ ਦੇ ਵਿੱਚ ਜਿਹੜਾ ਹੈਗਾ ਉਹ ਬਰਾਬਰ ਦਾ ਹੋਣਾ ਚਾਹੀਦਾ। ਔਰ ਨਾਲ ਬਹੁਤ ਸਾਰੀਆਂ ਜਿਹੜੇ ਸੁਝਾਅ ਨੇ ਖਾਸ ਕਰਕੇ ਸਪੋਰਟਸ ਦੇ ਵਿੱਚ ਫਿੱਟ ਰੱਖਣ ਲਈ ਰਾਜਵਿੰਦਰ ਨੇ ਸਾਰਿਆਂ ਨੂੰ ਦੱਸਦੇ। ਔਰ ਅਸੀਂ ਵੀ ਸਭ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਸਵੇਰੇ ਉੱਠ ਕੇ ਜਿਸ ਤਰ੍ਹਾਂ ਰਾਜਵਿੰਦਰ ਹੋਣਾ ਨੇ ਦੱਸਿਆ ਕਿ ਤੁਸੀਂ ਵੀ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਜਿਹੜੀ ਕਿ ਮੋਰਨਿੰਗ ਵਾਕ, ਯੋਗਾ, ਫਿਟਨੈਸ ਰਹਿਣ ਲਈ ਜੋ ਜਿਮਨਾਸਟਿਕ ਹੈ ਉਹ ਵੀ ਤੁਸੀਂ ਕਰੋ। ਔਰ ਅਸੀਂ ਦਰਸ਼ਕਾਂ ਨੂੰ ਇਹੀ ਕਹਾਂਗੇ ਕਿ ਇਹ ਵਾਲੀ ਜਿਹੜੀ ਇੰਟਰਵਿਊ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ, ਆਪਣੇ ਕਮੈਂਟਸ ਰਾਹੀਂ ਆਪਣੇ ਇਸ ਲਾਈਕ ਕਰਕੇ ਔਰ ਸਾਨੂੰ ਜ਼ਰੂਰ ਸੁਝਾਅ ਵੀ ਦਿਓ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ, ਬੋਲੀ ਹੋਲੀ ਬਾਬਾ, ਅੰਮ੍ਰਿਤਸਰ।